ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੇ ਜਿਨ੍ਹਾਂ ਨੇ ਸਮਾਂ ਕੱਢਿਆ। ਮਸਲਾ ਹੀ ਕੁਝ ਇਸ ਤਰ੍ਹਾਂ ਸੀਗਾ ਕਿ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੀ ਅਸੀਂ ਰਿਪੋਰਟ ਬਣਾਈ ਹੈ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਉਹ ਤੁਹਾਡੇ ਨਾਲ ਸਾਰੀ ਸਾਂਝੀ ਕੀਤੀ ਜਾਏ, ਕਿਉਂਕਿ ਜਿਹੜਾ ਇਸ਼ੂ ਹੈ ਬੜਾ ਇੰਪੋਰਟੈਂਟ ਹੈ। ਤੇ ਜਿਹੜੀ ਅਸੀਂ ਰਿਪੋਰਟ ਤਿਆਰ ਕੀਤੀ, ਅਸੀਂ 19 ਅਕਤੂਬਰ 2021 ਨੂੰ ਅਸੀਂ 5 ਵਕੀਲ ਜਿਹੜੇ ਸਿੰਘੂ ਬਾਰਡਰ ਤੇ ਗਏ ਤੇ ਉੱਥੇ ਅਸੀਂ 4-5 ਘੰਟੇ ਨਿਹੰਗ ਸਿੰਘਾਂ ਨੂੰ ਵੀ ਇੰਟਰਵਿਊ ਕੀਤਾ, ਲੋਕਾਂ ਨੂੰ ਵੀ ਇੰਟਰਵਿਊ ਕੀਤਾ ਤੇ ਉਸ ਇੰਟਰਵਿਊ ਤੋਂ ਬਾਅਦ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਅਸੀਂ ਕਿਹਾ ਵੀ ਤੁਹਾਡੇ ਨਾਲ ਉਹ ਸਾਂਝੀਆਂ ਕਰੀਏ। ਇੱਕ ਤਾਂ ਇਹ ਗੱਲ, ਵੈਸੇ ਤਾਂ ਮੈਂ ਰਿਪੋਰਟ ਦੀ ਕਾਪੀ ਤੁਹਾਨੂੰ ਸਾਰਿਆਂ ਨੂੰ ਦਿੱਤੀ ਹੈ, ਪਰ ਜਿਹੜੀ ਗੱਲਾਂ ਹਾਈਲਾਈਟਡ ਹੈਗੀਆਂ ਨੇ ਉਹ ਦੱਸਣੀਆਂ ਬੜੀ ਜ਼ਰੂਰੀ ਹੈ ਕਿ ਇਹ ਜਿਹੜੀ ਬੇਅਦਬੀ ਦਾ ਇਨਸੀਡੈਂਟ ਹੋਇਆ ਹੈ ਉਹ ਬੇਅਦਬੀ ਦਾ ਇਨਸੀਡੈਂਟ ਕਿਉਂਕਿ ਉੱਥੇ 8 ਜਥੇਬੰਦੀਆਂ ਨੇ ਨਿਹੰਗਾਂ ਦੀਆਂ ਜਿਹੜੀਆਂ ਵੇਰੀਅਸ ਜਗ੍ਹਾ ਤੇ ਸਟੇਸ਼ਨਡ ਹੈਗੀਆਂ ਨੇ। ਇਹ ਜਿਹੜੇ ਇਨਸੀਡੈਂਟ ਹੋਇਆ ਬੇਅਦਬੀ ਦਾ, ਇਹ ਬਾਬਾ ਬਲਵਿੰਦਰ ਸਿੰਘ ਹੋਰਾਂ ਦੇ ਜਿਹੜਾ ਡੇਰਾ ਲੱਗਿਆ ਹੋਇਆ ਉਹਦੇ ਵਿੱਚ ਜਿੱਥੇ ਉਹਨਾਂ ਨੇ 3 ਸਰੂਪਾਂ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਇੱਕ ਦਸਮ ਗ੍ਰੰਥ ਦਾ ਤੇ ਇੱਕ ਸਰਬ ਲੋ ਗ੍ਰੰਥ ਦਾ। ਤਾਂ ਉਸ ਜਗ੍ਹਾ ਦੇ ਉੱਤੇ ਜਿਹੜਾ ਡੈਸਕ੍ਰੇਟਰ ਹੈਗਾ ਲਖਵੀਰ ਸਿੰਘ ਜਿਹਦੀ ਮੌਤ ਹੋਈ, ਉਹ ਪਿਛਲੇ 2-3 ਦਿਨਾਂ ਤੋਂ ਇਹਨਾਂ ਦੇ ਡੇਰੇ ਦੇ ਵਿੱਚ ਆ ਜਾ ਰਿਹਾ ਸੀਗਾ ਤੇ ਕਦੀ ਝਾੜੂ ਪੋਚਾ ਕਰ ਦੇਣਾ, ਕਦੀ ਉਹ ਜਿਹੜੀ ਉਹਦੀ ਸੇਵਾ ਕਰ ਦੇਣੀ ਘੋੜਿਆਂ ਦੀ। ਤੇ ਉਹਨੇ ਜਿਹੜਾ ਹੈਗਾ ਉੱਥੋਂ ਇਹਨਾਂ ਦਾ ਬਾਣਾ ਵੀ ਪਾ ਲਿਆ। ਉਹ ਉਹਨਾਂ ਦੇ ਕਹਿਣ ਮੁਤਾਬਿਕ ਬਾਣਾ ਟੰਗਿਆ ਹੋਇਆ ਸੀਗਾ ਤੇ ਉਹਨੇ ਉਹ ਬਾਣਾ ਪਾ ਲਿਆ। ਤੇ 15 ਤਰੀਕ ਨੂੰ ਜਦੋਂ ਜਿਹੜਾ ਉਹਨਾਂ ਹੋਲੀ ਬੁੱਕਸ ਦੇ ਸੇਵਾ 'ਚ ਜਿਹੜਾ ਸਿੰਘ ਸੀਗਾ ਉਹ ਨਹਾਣ ਗਿਆ ਤੇ ਵਾਪਸ ਆਇਆ ਤੇ ਉਹਨੇ ਦੇਖਿਆ ਵੀ ਰੁਮਾਲੇ ਇੱਧਰ ਉੱਧਰ ਹੋਏ ਹੋਏ ਨੇ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਪਤਾ ਚੱਲਿਆ ਵੀ ਕਿਸੇ ਨੇ ਛੇੜਖਾਨੀ ਕੀਤੀ ਹੈ। ਉਹਨਾਂ ਨੇ ਲਖਬੀਰ ਸਿੰਘ ਨੂੰ ਲੱਭਿਆ ਵੀ ਉਹ ਕਿੱਥੇ ਹੈ, ਕਿਉਂਕਿ ਉਹ ਆਊਟਸਾਈਡਰ ਸੀਗਾ। ਲਖਬੀਰ ਸਿੰਘ ਨੂੰ ਜਦੋਂ ਲੱਭਿਆ ਤੇ ਉਹਨੇ ਜਿਹੜਾ ਹੈਗਾ ਪੁੱਛਣ ਤੇ ਦੱਸਿਆ ਕਿ ਮੈਂ ਇੱਥੋਂ ਇੱਕ ਜਿਹੜਾ ਹੈਗਾ ਗ੍ਰੰਥ ਚੁੱਕ ਕੇ ਫਲਾਣੀ ਜਗ੍ਹਾ ਤੇ ਰੱਖਿਆ ਹੈ ਜਾਂ ਸੁੱਟਿਆ, ਜੋ ਵੀ ਆਪਾਂ ਕਹਿ ਸਕਦੇ ਹਾਂ। ਉਹ ਉਹਨਾਂ ਨੇ ਨਾਲ ਲੈ ਕੇ ਜਾ ਕੇ ਲਖਬੀਰ ਨੂੰ ਉਹ ਗ੍ਰੰਥ ਜਿਹੜਾ ਹੈਗਾ ਰਿਕਵਰ ਕਰ ਲਿਆ। ਰਿਕਵਰ ਕਰਨ ਤੋਂ ਬਾਅਦ ਨੇੜੇ ਹੀ ਡੇਰਾ ਸੀਗਾ, ਕਿਉਂਕਿ ਇਹ ਜਿਹੜੇ ਨਿਹੰਗਾਂ ਦੇ ਡੇਰੇ ਤੇ ਆਪਾਂ ਗੱਲਬਾਤ ਹੋਈ ਹੈ ਬਾਬਾ ਬਲਵਿੰਦਰ ਸਿੰਘ ਸੀਨੀਅਰ ਆਦਮੀ ਹੈ, ਉਹ ਉਸ ਵੇਲੇ ਅਵੇਲੇਬਲ ਨਹੀਂ ਸੀ। ਤੋ ਜਿਹੜੇ 2 ਨਿਹੰਗ ਜਿਨ੍ਹਾਂ ਨੇ ਐਕਸ਼ਨ ਲਿਆ, ਸਭ ਤੋਂ ਪਹਿਲੇ ਲੱਭਿਆ ਗ੍ਰੰਥ ਸਾਹਿਬ, ਉਹ ਭਗਵੰਤ ਸਿੰਘ ਤੇ ਗੋਬਿੰਦਪ੍ਰੀਤ ਸਿੰਘ ਹੈ। ਦੋਨੋਂ ਯੰਗ ਮੁੰਡੇ ਨੇ, 25 ਸਾਲਾਂ ਤੋਂ ਥੱਲੇ ਨੇ। ਉਹਨਾਂ ਨੇ ਮਹਿਸੂਸ ਕੀਤਾ ਵੀ ਇੰਪੋਰਟੈਂਟ ਮਸਲਾ ਹੈ ਤੇ ਉਹ ਉਹਨੂੰ ਲਖਬੀਰ ਨੂੰ ਲੈ ਕੇ ਬਾਬਾ ਅਮਨ ਸਿੰਘ ਦੇ ਡੇਰੇ ਚਲੇ ਗਏ। ਬਾਬਾ ਅਮਨ ਸਿੰਘ ਦੇ ਡੇਰੇ ਉਹਨਾਂ ਦਾ ਜਿਹੜਾ ਇੱਕ ਸੇਵਾਦਾਰ ਸੀ, ਘੋੜਿਆਂ ਦਾ ਸੇਵਾਦਾਰ ਜਾਂ ਜਥੇਦਾਰ ਆਪਾਂ ਕਹਿ ਸਕਦੇ ਹਾਂ, ਉਹਨੂੰ ਜਦੋਂ ਇਹ ਗੱਲ ਪਤਾ ਚੱਲੀ ਵੀ ਇਸ ਤਰ੍ਹਾਂ ਬੇਅਦਬੀ ਹੋਈ ਹੈ ਤੇ ਉਹਨੇ ਗੁੱਸੇ 'ਚ ਆ ਕੇ ਰਿਐਕਟ ਕੀਤਾ। ਜਿਹੜਾ ਉਹਨੇ ਸਰਬਜੀਤ ਨੇ ਐਡਮਿਟ ਕੀਤਾ ਵੀ ਉਹਨੇ ਹੱਥ ਵੜ ਦਿੱਤਾ। ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਲਖਬੀਰ ਸਿੰਘ ਹੈ ਉਹਨੂੰ ਜਾ ਕੇ ਉਹਨਾਂ ਨੇ ਜਿਹੜੀ ਸਟੇਜ ਹੈਗੀ ਹੈ ਆਪਣੀ ਫਾਰਮਰਸ ਦੀ ਸੰਯੁਕਤ ਮੋਰਚਾ ਦੀ, ਉੱਥੇ ਬੰਨ੍ਹ ਦਿੱਤਾ। ਫਿਰ ਇੱਕ ਸੀਨੀਅਰ ਨਿਹੰਗ ਆਏ, ਉਹਨਾਂ ਨੇ ਕਿਹਾ ਵੀ ਇਹ ਕੰਮ ਸੀ ਠੀਕ ਨਹੀਂ ਕੀਤਾ, ਇੱਥੋਂ ਲਾ ਲਓ ਤੇ ਜਿੱਥੇ ਮਰਜ਼ੀ ਲੈ ਜਾਓ। ਉਹ ਫਿਰ ਵਾਪਸ ਉਹਨੂੰ ਲੈ ਆਏ। ਫਿਰ ਇੱਕ ਹੋਰ ਨਿਹੰਗ ਆਉਂਦੇ ਨੇ, ਉਹਨਾਂ ਨੇ ਆ ਕੇ ਗੁੱਸੇ 'ਚ ਜਦੋਂ ਉਹਨੂੰ ਦੱਸਿਆ ਵੀ ਇਹਨੇ ਬੇਅਦਬੀ ਕੀਤੀ ਹੈ, ਉਹਨੇ ਪੈਰ ਵੜ ਦਿੱਤਾ। ਅਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਹੈ ਵੀ ਅਖੀਰ 'ਚੋਂ ਟੰਗਿਆ ਹੋਇਆ ਹੈ, ਉਹਦਾ ਹੱਥ ਤੇ ਪੈਰ ਵੱਢਿਆ ਹੋਇਆ ਤੇ ਉਹ ਕਹਿ ਰਿਹਾ ਵੀ ਮੈਨੂੰ ਮਾਰ ਦਿਓ। ਨਾਲ 4 ਪੁਲਿਸ ਵਾਲੇ ਖੜੇ ਨੇ। ਸੋ ਹੀ ਬਲੈਡ ਟੂ ਡੈਥ, ਐਕਸੈਸਿਵ ਬਲੀਡਿੰਗ ਕਰਕੇ ਉਹਦੀ ਡੈਥ ਹੋ ਗਈ। ਤੋ ਅਸੀਂ ਜਿਹੜਾ ਹੈਗਾ ਸਾਰਾ ਜਿਹੜੀ ਰਿਪੋਰਟ ਕੀਤੀ ਹੈ ਉਹ ਸਾਰਾ ਕੁਝ ਦੇਖ ਕੇ ਤੇ ਉਹਦੇ ਮੁਤਾਬਿਕ ਅਸੀਂ ਅੱਗੇ ਚੱਲੇ ਹਾਂ। ਸੋ ਇਹ ਤਾਂ ਹੈਗਾ ਵਾਕਿਆ। ਹੁਣ ਜਿਹੜੀ ਅਸੀਂ ਇਹਦੇ ਵਿੱਚ ਰਿਕਮੈਂਡੇਸ਼ਨਸ ਜਾਂ ਫਾਈਂਡਿੰਗ ਦਿੱਤੀਆਂ ਨੇ, ਫਾਈਂਡਿੰਗ ਨੰਬਰ 1 ਜਿਹੜੀ ਹੈਗੀ ਹੈ ਵੀ ਇਹਦੇ ਪਿੱਛੇ ਇੱਕ ਕੋਈ ਨਾ ਕੋਈ ਕੌਨਸਪੀਰੇਸੀ ਹੈਗੀ ਹੈ ਵੀ ਲਖਬੀਰ ਸਿੰਘ ਨੂੰ ਆਪਣੇ ਪਿੰਡ ਤੋਂ ਕੌਣ ਲੈ ਕੇ ਗਿਆ। ਕਿਉਂਕਿ ਲਖਬੀਰ ਸਿੰਘ ਮਰਨ ਤੋਂ ਪਹਿਲੇ ਉਹਨਾਂ ਨੇ ਵੀਡੀਓ ਰਿਕਾਰਡ ਕੀਤੀ ਹੈ, ਇੱਕ ਮੋਬਾਈਲ ਨੰਬਰ ਵੀ ਦੱਸਦਾ
ਵੀ ਫਲਾਣੇ ਨੇ ਸਾਨੂੰ ਲੈ ਕੇ ਆਇਆ ਤੇ ਉਹਦਾ ਮੋਬਾਈਲ ਨੰਬਰ ਹੈ ਵੇ, ਜਿਹੜਾ ਕਿ ਕੱਲ ਬਾਬਾ ਅਮਨ ਸਿੰਘ ਨੇ ਰਿਲੀਜ਼ ਕੀਤਾ। ਸਾਨੂੰ ਉਹਨੇ ਦਿਖਾਇਆ ਸੀ, ਅਸੀਂ ਆਪਣੀ ਰਿਪੋਰਟ 'ਚ ਨਹੀਂ ਲਿਖਿਆ, ਪਰ ਹੁਣ ਉਹਨੇ ਆਪ ਰਿਲੀਜ਼ ਕਰਤਾ, ਇਸ ਕਰਕੇ ਜਨਤਕ ਹੋ ਗਈ ਗੱਲ। ਸੋ ਉਹ ਸਾਰੀ ਗੱਲਾਂ ਬਾਰੇ ਵੀ ਪੰਜਾਬ ਤੋਂ ਬੰਦੇ ਤੁਰੇ ਤੇ ਕਿਸ ਤਰੀਕੇ ਨਾਲ ਕੌਂਸਪੀਰੇਸੀ ਦਾ ਹਿੱਸਾ ਹੈਗੇ ਨੇ, ਉਸ ਕੌਂਸਪੀਰੇਸੀ 'ਚ ਕੌਣ ਹੈਗੇ ਨੇ, ਉਹਦੇ ਬਾਰੇ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਆ ਕਿ ਇਹਦੀ ਜਿਹੜੀ ਹੈਗੀ ਹੈ ਡੀਪ ਰੂਟਡ ਕੌਂਸਪੀਰੇਸੀ ਜਿਹੜੀ ਹੈ ਉਹਨੂੰ ਰਿਵੀਲ ਕੀਤੀ ਜਾਵੇ। ਕਿਸ ਤਰੀਕੇ ਨਾਲ ਇਹ ਬੰਦੇ ਲੱਭੇ ਗਏ, ਕਿਉਂਕਿ ਲਖਬੀਰ ਸਿੰਘ ਜਿਹੜਾ ਕਿ ਇੱਕ ਨਸ਼ੇੜੀ ਸੀਗਾ, ਜੋ ਆਪਾਂ ਅਖਬਾਰਾਂ 'ਚ ਪੜ੍ਹੇ, ਆਪਾਂ ਜਾਣਦੇ ਨਹੀਂ, ਉਹਦੇ ਘਰ ਦੇ ਵੀ ਜਾਣਦੇ ਨੇ ਵੀ ਉਹਨੇ ਆਪਣੇ ਪਰਿਵਾਰ ਨੂੰ, ਆਪਣੀ ਵਹੁਟੀ ਨੂੰ, 3 ਬੱਚੀਆਂ ਨੂੰ ਅਬੈਂਡਨ ਕੀਤਾ ਹੋਇਆ ਸੀ ਤੇ ਉੱਥੇ ਮੰਡੀ ਵਿੱਚ ਕੰਮ ਕਰਦਾ ਸੀਗਾ। ਤੇ ਅਖੀਰਲੇ ਦਿਨ ਜਦੋਂ ਉਹ ਆਪਣੀ ਭੈਣ ਕੋਲ ਗਿਆ ਤੇ ਉਹਨੇ ਕਿਹਾ ਵੀ ਭੈਣਾ ਮੇਰੇ ਕੱਪੜੇ ਧੋ ਦੇ ਤੇ ਮੈਨੂੰ 50 ਰੁਪਏ ਦੇ ਦੇ ਤੇ ਮੈਂ ਸ਼ਾਹਾਂ ਦੇ ਕੋਲ ਜਾਣਾ। ਇਹ ਉਹਦੀ ਭੈਣ ਦਾ ਬਿਆਨ ਹੈ। ਤੇ ਸ਼ਾਹ ਜਿਹੜਾ ਹੈਗਾ ਉਹ ਇੱਕ ਬੰਦਾ ਹੈ ਜਿਹਦੀ ਉੱਥੇ ਮੰਡੀ ਦੇ ਵਿੱਚ ਦੁਕਾਨ ਹੈਗੀ ਹੈ, ਆੜਤ ਦੀ ਦੁਕਾਨ ਹੈ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਬਜਾਏ ਕਿ ਸ਼ਾਹ ਕੋਲ ਜਾਵੇ, ਉਹ ਕਿਸੇ ਦੇ ਨਾਲ ਜਿਹੜਾ ਹੈਗਾ ਅਲਟੀਮੇਟਲੀ ਸਿੰਘੂ ਬਾਰਡਰ ਮਿਲ ਗਿਆ, ਪਹੁੰਚ ਗਿਆ। ਉੱਥੇ ਉਹ ਕਿਵੇਂ ਇੰਡਕਟ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਅਸੀਂ ਸਾਰਾ ਰਿਲੀਜ਼ ਕੀਤਾ। ਕਿਉਂਕਿ ਉਹ ਬੰਦਾ ਜਿਹੜਾ ਹੈਗਾ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਸੀਗਾ ਤੇ ਸਿੱਖੀ ਰੀਤੀ ਰਿਵਾਜ਼ਾਂ ਬਾਰੇ ਜਾਣੂ ਸੀਗਾ, ਇਸ ਕਰਕੇ ਉਹਨੂੰ, ਸਾਡੀ ਫਾਈਂਡਿੰਗ ਇਹ ਹੈਗੀ ਹੈ ਵੀ ਉਹਨੂੰ ਜਿਹੜਾ ਹੈਗਾ ਵਰਤਿਆ ਗਿਆ। ਫਿਰ ਅਸੀਂ ਜਿਹੜੀ ਨੰਬਰ 2 ਗੱਲ ਲਿਖੀ ਹੈ ਕਿ ਜਿਹੜਾ ਸੁਸਾਇਟੀ ਦੇ ਵਿੱਚ ਇਸ ਗੱਲ ਦਾ ਬੜਾ ਰੋਲ ਹੈ ਜੀ, ਵੀ ਬੜੇ ਉਹਨੂੰ ਇਨਹਿਊਮਨ ਤਰੀਕੇ ਨਾਲ ਮਾਰਿਆ ਗਿਆ। ਅਸੀਂ ਸਾਰੇ ਵੀ ਉਹਦੇ ਪੇਨ ਮਹਿਸੂਸ ਕਰਦੇ ਹਾਂ, ਲੇਕਿਨ ਅਸੀਂ ਕੋਸ਼ਿਸ਼ ਕੀਤੀ ਵੀ ਇਹ ਜਿਹੜਾ ਐਕਸ਼ਨ ਹੋਇਆ ਇਹ ਨਿਹੰਗਾਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ। ਉਹਨਾਂ ਦਾ ਕਹਿਣਾ ਇਹ ਸੀਗਾ ਵੀ ਅਸੀਂ ਜਿਹੜੇ ਗ੍ਰੰਥ ਹੈਗੇ ਨੇ ਇਹਨਾਂ ਨੂੰ ਅਸੀਂ ਆਪਣਾ ਪਿਓ ਮੰਨਦੇ ਹਾਂ, ਤੇ ਜੇ ਤੁਹਾਡੇ ਪਿਓ ਨੂੰ ਕੋਈ ਹੱਥ ਪਾਵੇ ਤੇ ਤੁਸੀਂ ਕਿਵੇਂ ਰਿਐਕਟ ਕਰੋਗੇ। ਸੋ ਅਸੀਂ ਇਹ ਕਿਹਾ ਕਿ ਤੁਹਾਨੂੰ ਜਿਹੜਾ ਹੈਗਾ ਇੱਕ ਨਿਹੰਗ ਦੇ ਸ਼ੂਜ਼ ਵਿੱਚ ਸਟੈਪ ਇਨ ਕਰਕੇ ਇਹ ਸਮਝਣਾ ਪਵੇਗਾ ਕਿ ਉਹਦੀ ਉਸ ਵੇਲੇ ਮਨੋਸਥਿਤੀ ਕੀ ਹੋਏਗੀ, ਤੇ ਉਹ ਜਿਹੜਾ ਰਿਐਕਸ਼ਨ ਹੈ ਉਸ ਤਰੀਕੇ ਨਾਲ ਐਪਰੀਸ਼ੀਏਟ ਕਰਨਾ ਪਏਗਾ। ਕਿਉਂਕਿ ਇੱਕ ਬੜੀ ਗ੍ਰੇਵ ਪ੍ਰੋਵੋਕੇਸ਼ਨ ਹੈ ਕਾਨੂੰਨ ਦੇ ਵਿੱਚ, ਗ੍ਰੇਵ ਪ੍ਰੋਵੋਕੇਸ਼ਨ, ਸਡਨ ਐਂਡ ਗ੍ਰੇਵ ਪ੍ਰੋਵੋਕੇਸ਼ਨ ਦਾ ਬੜਾ ਇੱਕ ਅਹਿਮੀਅਤ ਗਿਣੀ ਜਾਂਦੀ ਹੈ। ਕਿਉਂਕਿ ਜੇ ਸਪੋਜ਼ ਕੋਈ ਗ੍ਰੇਵ ਪ੍ਰੋਵੋਕੇਸ਼ਨ ਵਿੱਚ ਕਿਸੇ ਦੀ ਜਾਨ ਵੀ ਲੈ ਲੈਂਦਾ ਤਾਂ ਕਾਨੂੰਨ ਦੇ ਵਿੱਚ ਇਹੋ ਜਿਹਾ ਪ੍ਰਾਵਧਾਨ ਹੈਗਾ ਕਿ ਉਹਨੂੰ ਮਰਡਰ ਨਹੀਂ ਗਿਣਿਆ ਜਾਏਗਾ। ਤੇ ਇਸ ਕੇਸ ਵਿੱਚ ਸਿਰਫ ਉਹਦਾ ਹੱਥ ਕੱਟਿਆ ਗਿਆ ਤੇ ਪੈਰ ਕੱਟਿਆ ਗਿਆ, ਤੇ ਉਹ ਕਹਿੰਦੇ ਸਾਡਾ ਉਹਨੂੰ ਮਾਰਨ ਦਾ ਕੋਈ ਮੰਤਵ ਨਹੀਂ ਸੀਗਾ। ਅਸੀਂ ਉਹ ਹੱਥ ਵੱਢਣਾ ਚਾਹੁੰਦੇ ਸੀਗੇ ਜਿਸ ਹੱਥ ਨਾਲ ਉਹਨੇ ਗੁਰੂ ਗ੍ਰੰਥ ਸਾਹਿਬ ਜਾਂ ਉਹ ਆਪਣਾ ਜਿਹੜਾ ਗ੍ਰੰਥ ਚੁੱਕਿਆ, ਬੇਅਦਬੀ ਕੀਤੀ, ਤੇ ਜਿਸ ਪੈਰਾਂ ਨਾਲ ਉਹ ਚੱਲ ਕੇ ਗਿਆ, ਸਾਡਾ ਇਹ ਮੰਤਵ ਸੀਗਾ। ਬਾਕੀ ਅਸੀਂ ਇਹ ਸਮਝਦੇ ਹਾਂ ਵੀ ਜੇ ਟਾਈਮਲੀ ਮੈਡੀਕਲ ਕੇਅਰ ਉਹਨੂੰ ਦਿੱਤੀ ਜਾਂਦੀ, ਪੁਲਿਸ ਵਾਲੇ ਹੀ ਆਪਣੀ ਡਿਊਟੀ ਨਿਭਾਉਂਦੇ, ਉਹਨੂੰ ਹਸਪਤਾਲ ਲੈ ਜਾਂਦੇ ਤੇ ਉਹ ਬਚ ਸਕਦਾ ਸੀ। ਸੋ ਹੀ ਬਲੈਡ ਟੂ ਡੈਥ। ਐਂਡ ਇਹ ਅਸੀਂ ਜਿਹੜਾ ਹੈਗਾ ਪੈਰਾ ਨੰਬਰ 2 ਦੱਸਿਆ। ਪੈਰਾ ਨੰਬਰ 3 ਦੇ ਵਿੱਚ ਜਿਹੜਾ ਹੈਗਾ ਵੀ ਉਹਦੇ ਕੋਲੋਂ ਜਿਹੜੀ ਉਹਨਾਂ ਨੇ ਗੱਲਬਾਤ ਕਢਾਈ ਹੈ, ਉਹ ਸਾਰੀ ਜਿਹੜੀ ਹੈਗੀ ਹੈ ਇੱਕ ਜਿਹੜਾ ਸਡਨ ਐਂਡ ਗ੍ਰੇਵ ਪ੍ਰੋਵੋਕੇਸ਼ਨ ਹੈ। ਪੈਰਾ ਨੰਬਰ 3 ਅਸੀਂ ਇਹ ਕਵਰ ਕੀਤਾ ਹੈ। ਪੈਰਾ ਨੰਬਰ 4 ਦੇ ਵਿੱਚ ਜਿਹੜਾ ਅਸੀਂ ਜਦੋਂ ਨਿਹੰਗਾਂ ਨੂੰ ਇੰਟਰਵਿਊ ਕੀਤਾ, ਉਹ ਕਹਿੰਦੇ ਵੀ 2015 ਤੋਂ ਬੇਅਦਬੀਆਂ ਹੋ ਰਹੀਆਂ ਨੇ, ਨਾ ਤਾਂ ਪੁਲਿਸ ਵਾਲੇ ਸਾਨੂੰ ਇਨਸਾਫ ਦਿੰਦੇ ਨੇ, ਨਾ ਅਦਾਲਤਾਂ ਸਾਨੂੰ ਇਨਸਾਫ ਦੇ ਰਹੀਆਂ। ਸਾਡਾ ਇਨਸਾਫ ਤੋਂ ਜਿਹੜਾ ਹੈਗਾ ਇਤਬਾਰ ਉੱਠ ਗਿਆ, ਤੇ ਇਸ ਕਰਕੇ ਸਾਨੂੰ ਇਹ ਬੰਦਾ ਟੰਗਣਾ ਪਿਆ ਲੋਕਾਂ ਨੂੰ ਦੱਸਣ ਲਈ ਵੀ ਜੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜਾ ਸਿਸਟਮ ਹੈ ਉਹ ਜੇ ਫੇਲ ਹੋ ਗਿਆ ਤੇ ਲੋਕ ਜਿਹੜੇ ਆਪ ਇਨਸਾਫ ਕਰਨਗੇ। ਤੇ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਸੀਗੇ, ਇਹ ਉਹਨਾਂ ਦੀ ਜਿਹੜੀ ਜ਼ੁਬਾਨੀ ਹੈਗੀ ਹੈ। ਫਿਰ ਜਿਹੜਾ ਹੈਗਾ ਕੌਂਸਪੀਰੇਸੀ ਦੀ ਮੈਂ ਗੱਲ ਤੁਹਾਡੇ ਨਾਲ ਕਰ ਲਈਏ। ਪੈਰਾ ਨੰਬਰ 5 ਵਿੱਚ ਇਹ ਹੈਗਾ ਕਿ 8 ਡੇਰੇ ਨੇ ਨਿਹੰਗਾਂ ਦੇ ਜਿਹੜੇ ਕਿ ਸਿਕਿਉਰਿਟੀ ਪ੍ਰੋਵਾਈਡ ਕਰਦੇ ਨੇ ਪੂਰੀ ਫਾਰਮਰ ਐਜੀਟੇਸ਼ਨ ਨੂੰ। ਤੁਹਾਨੂੰ ਪਤਾ ਹੋਏਗਾ ਇੱਕ ਵਾਰੀ ਇੱਕ ਫਾਰਮਰਸ ਦੇ ਜਿਹੜੇ ਪੰਦੇਰ ਹੋਰਾਂ ਦੇ ਜਿੱਥੇ ਉਹਨਾਂ ਦਾ ਡੇਰਾ ਹੈਗਾ, ਫਾਰਮਰਸ ਦੇ ਤੰਬੂਆਂ ਨੂੰ ਅੱਗ ਲਾ ਦਿੱਤੀ ਗਈ ਸੀ। ਬੀਜੇਪੀ ਦੇ ਗੁੰਡੇ ਲੋਕਲ ਗੁੰਡਿਆਂ ਨੂੰ ਨਾਲ ਲੈ ਕੇ ਜਾ ਕੇ ਆਏ ਤੇ ਉਹਨਾਂ ਨੇ ਅੱਗ ਲਾਤੀ। ਫਿਰ ਪਥਰਾਵ ਹੋਇਆ, ਆਪਸ ਵਿੱਚ ਟਕਰਾਵ ਹੋਇਆ, ਤੇ 2-3 ਵਾਰੀ ਇਹ ਕੰਮ ਹੋ ਚੁੱਕਾ ਹੈ। ਤੇ ਨਿਹੰਗ ਸਿੰਘ ਕਹਿੰਦੇ ਨੇ ਵੀ ਸਾਨੂੰ ਇਹ ਲੱਗਦਾ, ਤੇ ਲੋਕਾਂ ਦੀ ਵੀ ਜਿਹੜੀ ਅਸੀਂ ਇੰਟਰਵਿਊ ਕੀਤੀ
ਉਹ ਕਹਿੰਦੇ ਵੀ ਸਾਨੂੰ ਇਹ ਲੱਗਦਾ ਹੈ ਵੀ ਫਾਰਮਰਸ ਨੂੰ ਇੱਥੇ ਚੁਕਵਾਉਣ ਵਾਸਤੇ ਜਿਹੜਾ ਹੈਗਾ ਨਿਹੰਗ ਸਿੰਘਾਂ ਨੂੰ ਜਿਹੜਾ ਹੈਗਾ ਇਹ ਬੰਦਾ ਭੇਜਿਆ ਤੇ ਇੱਕ ਕਨਸਪੀਰੇਸੀ ਹੈਗੀ ਵੀ ਉਹਨਾਂ ਨੂੰ ਪਤਾ ਸੀ ਵੀ ਨਿਹੰਗ ਜਿਹੜੇ ਨੇ ਇਸ ਤਰ੍ਹਾਂ ਰਿਐਕਟ ਕਰਨਗੇ। ਇੱਕ ਆਮ ਬੰਦਾ ਤਾਂ ਇਸ ਤਰ੍ਹਾਂ ਰਿਐਕਟ ਨਹੀਂ ਕਰਦਾ, ਪਰ ਇੱਕ ਮਿਲੀਟੈਂਟ ਆਦਮੀ ਜਿਹੜੀ ਡੀਪ ਰੈਵਰੈਂਸ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ, ਹੁਣ ਸਾਡੇ ਸਾਹਮਣੇ ਜੇ ਬੇਅਦਬੀ ਹੋਵੇ ਸ਼ਾਇਦ ਅਸੀਂ ਕਿਸੇ ਹੋਰ ਤਰੀਕੇ ਨਾਲ ਰਿਐਕਟ ਕਰੀਏ, ਆਮ ਬੰਦਾ ਰਿਐਕਟ, ਪਰ ਇੱਕ ਨਿਹੰਗ ਸਿੰਘ ਦਾ ਜਿਹੜਿਆਂ ਨੇ ਕਨਸਪੀਰੇਸੀ ਕੀਤੀ ਉਹਨਾਂ ਨੂੰ ਵੀ ਪਤਾ ਸੀ ਵੀ ਨਿਹੰਗਾਂ ਨੇ ਇਸ ਤਰ੍ਹਾਂ ਹੀ ਰਿਐਕਟ ਕਰਨਾ ਤੇ ਉਸ ਤਰੀਕੇ ਨਾਲ ਉਹਨਾਂ ਨੇ ਰਿਐਕਟ ਕੀਤਾ। ਸੋ ਬੰਦਾ ਪਲਾਂਟ ਕੀਤਾ ਗਿਆ, ਉਸ ਪਲਾਂਟ ਕਰਨ ਤੋਂ ਬਾਅਦ ਉਹ ਤੋਂ ਬੇਅਦਬੀ ਕਰਾਈ ਗਈ। ਬਾਕੀ ਉਹਨਾਂ ਨੂੰ ਪਤਾ ਸੀ ਵੀ ਨਿਹੰਗਾਂ ਨੇ ਕਰਨਾ ਤਾਂ ਇਹੀ ਹੈ। ਇਹ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ। ਸੋ ਜਿਹੜੀ ਸਾਰੀ ਤਰੀਕਾ ਜਿਸ ਤਰੀਕੇ ਨਾਲ ਪਲਾਨ ਲੇਆਊਟ ਕੀਤਾ ਗਿਆ ਉਹ ਸਾਰਾ ਇਹ ਕੀਤਾ ਗਿਆ ਵੀ ਨਿਹੰਗ ਕਿਸੇ ਨਾ ਕਿਸੇ ਤਰੀਕੇ ਕੰਟਰੋਵਰਸੀ ਚ ਆਉਣ, ਇੱਥੋਂ ਨਿਕਲਣ ਤੇ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਹੋ ਰਹੀ ਹੈ ਫਾਰਮਰ ਐਜੀਟੇਸ਼ਨ ਨੂੰ ਖਤਮ ਹੋਵੇ ਤੇ ਇਹਨਾਂ ਨੂੰ ਇੱਥੇ ਚੱਕ ਕੇ ਦਰੜ ਕੇ ਆਪਾਂ ਭਜਾ ਦਈਏ। ਇੱਕ ਇਹ ਬੜੀ ਅਜੀਬ ਗੱਲ ਸਾਹਮਣੇ ਆਈ ਹੈ ਕਿ ਜਦੋਂ ਲਖਬੀਰ ਸਿੰਘ ਦੀ ਜਾਤ ਬਾਰੇ ਪਤਾ ਚੱਲਿਆ ਤੇ ਸ਼ਡਿਊਲ ਕਾਸਟ ਕਮਿਸ਼ਨ ਨੇ ਵੀ ਕਹਿਤਾ ਦੇਖੋ ਜੀ ਇੱਕ ਸ਼ਡਿਊਲ ਕਾਸਟ ਨਾਲ ਧੱਕਾ ਹੋਇਆ। ਮਾਇਆਵਤੀ ਦਾ ਬਿਆਨ ਵੀ ਆ ਗਿਆ, ਹੋਰ ਸ਼ਡਿਊਲ ਕਾਸਟ ਲੀਡਰਾਂ ਨੇ ਆਪਣੀ ਰੋਟੀ ਸੇਕਣੀ ਸ਼ੁਰੂ ਕਰਤੀ ਹੈ। ਸਾਡੀ ਇਨਵੈਸਟੀਗੇਸ਼ਨ ਤੋਂ ਇਹ ਪਤਾ ਚੱਲਿਆ ਵੀ ਜਿਹੜੇ ਮੁਜਰਮ ਹੈ ਉਹ ਵੀ ਪਹਿਲੇ ਸ਼ਡਿਊਲ ਕਾਸਟ ਨੂੰ ਹੀ ਬਿਲੋਂਗ ਕਰਦੇ ਸੀ, ਪਰ ਜਦੋਂ ਬੰਦਾ ਅੰਮ੍ਰਿਤ ਛਕ ਲੈਂਦਾ ਉਹ ਜਾਤ ਆਪਣੀ ਛੱਡ ਦਿੰਦਾ ਖਾਲਸਾ ਪੰਥੇ ਚ ਆ ਕੇ। ਸੋ ਚਾਰੋਂ ਵੀ ਸ਼ਡਿਊਲ ਕਾਸਟ ਨੂੰ ਹੀ ਬਿਲੋਂਗ ਕਰਦੇ ਨੇ, ਤਾਂ ਸ਼ਡਿਊਲ ਕਾਸਟ ਐਕਟ ਇਹਦੇ 'ਚ ਲੱਗੇਗਾ ਹੀ ਨਹੀਂ। ਸੋ ਇਹ ਸਾਰਾ ਜਿਹੜਾ ਰੌਲਾ ਜਿਹੜੀਆਂ ਦਲਿਤ ਜਥੇਬੰਦੀਆਂ ਹੈਗੀਆਂ ਜਿਹੜੀ ਆਪਣੀ ਰੋਟੀਆਂ ਸੇਕਣਾ ਚਾਹੁੰਦੀਆਂ ਉਹਨਾਂ ਨੂੰ ਵੀ ਅਸੀਂ ਅਗਾਹ ਕਰਦੇ ਹਾਂ ਵੀ ਇਹੋ ਜਿਹੇ ਡਰਾਮੇ ਕਰਨੇ ਬੰਦ ਕਰ ਦਿਓ। ਹਰਿਆਣਾ ਸਰਕਾਰ ਨੂੰ ਵੀ ਅਸੀਂ ਰਿਕਮੈਂਡ ਕੀਤਾ ਹੈ ਵੀ ਸ਼ਡਿਊਲ ਕਾਸਟ ਐਕਟ ਇਹਦੇ 'ਚ ਬੰਦਾ ਨਹੀਂ ਹੈ ਤੇ ਉਹਨੂੰ ਵਿਡਰਾਅ ਕੀਤਾ ਜਾਵੇ। ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਖੁਦ ਜਿਹੜਾ ਹੈਗਾ ਬੜਾ ਦਰਦ ਮਹਿਸੂਸ ਕਰਦੇ ਹਾਂ ਵੀ ਲਖਬੀਰ ਸਿੰਘ ਦੀ ਜਾਨ ਗਈ। ਉਹਦਾ ਜਿਹੜਾ ਪਰਿਵਾਰ ਪਿੱਛੋਂ ਰਹਿ ਗਿਆ ਉਹਦੀ ਵੋਟੀ ਤੇ ਉਹਦੇ 3 ਬੇਟੀਆਂ, ਅਸੀਂ ਇਹ ਰਿਕਮੈਂਡ ਕੀਤਾ ਵੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ, ਉਹਨਾਂ ਬੱਚੀਆਂ ਨੂੰ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਹੈ। ਭਾਵੇਂ ਲਖਬੀਰ ਸਿੰਘ ਉਹਨਾਂ ਨੂੰ 5 ਸਾਲ ਤੋਂ ਅਬੈਂਡਨ ਕਰੀ ਬੈਠਾ ਸੀ, ਉਹ ਪਰਵਾਹ ਨਹੀਂ ਸੀ ਕਰ ਰਿਹਾ, ਪਰ ਅਸੀਂ ਇਹ ਸਮਝਦੇ ਵੀ ਮਾਨਵਤਾਰ ਦੇ ਤੌਰ ਤੇ ਕਮਿਊਨਿਟੀ ਨੂੰ ਸਰਕਾਰ ਨੂੰ ਉਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਪਰ ਨਿਹੰਗਾਂ ਨੂੰ ਵੀ ਜਿਹੜਾ ਰਾਈਟ ਟੂ ਡਿਫੈਂਸ ਹੋਣਾ ਚਾਹੀਦਾ, ਕਿਉਂਕਿ ਕਿਸੇ ਨੂੰ ਵੀ ਤੁਸੀਂ ਬਿਨਾਂ ਸੁਣਵਾਈ ਕੀਤੇ ਉਹਨੂੰ ਕੰਡੈਮ ਕਰਨਾ ਕਾਨੂੰਨ ਦੇ ਦਾਇਰੇ 'ਚ ਨਹੀਂ ਹੈ, ਤਾਂ ਉਹਨਾਂ ਨੂੰ ਵੀ ਲੀਗਲ ਏਡ ਬੰਦੀ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਇਹ ਸਾਡੀ ਰਿਪੋਰਟ ਹੈ, ਅਸੀਂ ਡਿਟੇਲ ਕਾਪੀ ਤੁਹਾਨੂੰ ਦੇ ਦਿੱਤੀ ਹੈ। ਹੁਣ ਤੁਹਾਡੇ ਕੋਈ ਸਵਾਲ ਹੋਣ ਤੇ ਅਸੀਂ ਜਾਂ ਫਿਰ ਉਹ ਮੀਡੀਆ ਰਿਪੋਰਟਸ ਉਹਨੇ ਆਲਰੇਡੀ ਫਾਈਂਡਿੰਗਸ ਦੇ ਵਿੱਚ ਸੀਗੀਆਂ। ਜਿਹੜੀ ਨਵੀਂ ਚੀਜ਼ ਲੋਕ ਜਾਣਨਾ ਚਾਹੁੰਦੇ ਸੀ ਉਹ ਇਹ ਸੀਗੀ ਕਿ ਜਿਹੜੀ ਤਸਵੀਰਾਂ ਵਾਇਰਲ ਹੋਈਆਂ ਜੋ ਬਾਬਾ ਅਮਨ ਸਿੰਘ ਉਹਨਾਂ ਦੀ ਨਰਿੰਦਰ ਤੋਮਰ ਉਹਨਾਂ ਨਾਲ ਮੁਲਾਕਾਤ ਹੋਈ, ਜੋ ਗੁਰਮੀਤ ਪਿੰਕੀ ਉਹਨਾਂ ਦਾ ਉੱਥੇ ਰੋਲ ਰਹਿੰਦਾ, ਕਿਉਂਕਿ ਜਿਹੜੀ ਲਖਬੀਰ ਦੀ ਭੈਣ ਹੈ ਉਹ ਵੀ ਗੱਲ ਕਹਿੰਦੀ ਹੈ ਕਿ ਸੰਧੂ ਫੋਨ ਕਰਦਾ ਸੀਗਾ ਔਰ ਸੰਧੂ ਕਿਤੇ ਨਾ ਕਿਤੇ ਇਹ ਵੀ ਹੁਣ ਚੱਲਦੀ ਹੈ ਗੱਲ ਕਿ ਜਿਹੜਾ ਗੁਰਮੀਤ ਪਿੰਕੀ ਹੈ ਉਸਦਾ ਸਰਨੇਮ ਵੀ ਸੰਧੂ ਹੈਗਾ। ਤਾਂ ਇਸ ਦੇ ਉੱਤੇ ਤੁਹਾਡੇ ਵੱਲੋਂ ਕੋਈ ਇਨਵੈਸਟੀਗੇਸ਼ਨ ਕੀਤੀ ਗਈ? ਇਹ ਗੱਲ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਬਾਬਾ ਅਮਨ ਸਿੰਘ ਉਹਨਾਂ ਨੂੰ ਕਿ ਤੁਸੀਂ ਨਰਿੰਦਰ ਤੋਮਰ ਉਹਨਾਂ ਨਾਲ ਜਾ ਕੇ ਮੁਲਾਕਾਤ ਕਿਉਂ ਕੀਤੀ, ਕੌਣ ਤੁਹਾਨੂੰ ਲੈ ਕੇ ਗਿਆ ਸੀਗਾ? ਕਿਉਂਕਿ ਇਹ ਵੀ ਜਿਹੜੀ ਉਹਨਾਂ ਦੀ ਸਟੇਟਮੈਂਟਸ ਆ ਰਹੀਆਂ ਇਹ ਵੀ ਵੱਖ-ਵੱਖ ਆ ਰਹੀਆਂ। ਉਹ ਕਹਿ ਰਹੇ ਸੀ ਜੁਲਾਈ ਦੇ ਵਿੱਚ ਹੋਈ ਹੈ, ਪਿੰਕੀ ਕਹਿ ਰਿਹਾ ਅਗਸਤ ਦੇ ਵਿੱਚ ਹੋਈ ਹੈ, ਫਿਰ ਪਿੰਕੀ ਕਹਿ ਰਿਹਾ ਕਿ ਅਸੀਂ ਜਦੋਂ ਸੰਗਰੂਰ ਤੋਂ ਜਾ ਰਹੇ ਸੀ ਸਾਨੂੰ ਅਮਨ ਉੱਥੇ ਮਿਲ ਗਿਆ, ਮੈਂ ਅਮਨ ਦੇ ਨਾਲ ਕੀ ਕਹਿੰਦੇ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਸੀ, ਬਾਬਾ ਅਮਨ ਵੀ ਕਹਿ ਰਹੇ ਜੇਲ੍ਹ 'ਚ ਮਿਲਦੇ ਸੀ। ਔਰ ਅੱਜ ਦੀ ਜਿਹੜੀ ਟ੍ਰਿਬਿਊਨ ਦੀ ਰਿਪੋਰਟ ਹੈ ਉਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਕਦੀ ਆਪਸ ਦੇ ਵਿੱਚ ਜੇਲ੍ਹ 'ਚ ਇਕੱਠੇ ਹੀ ਨਹੀਂ ਹੋਏ ਸੀ। ਮੇਨ ਫਾਈਂਡਿੰਗ ਇਹ ਸੀਗੀਆਂ ਜਿਹੜੀਆਂ ਤੁਹਾਡੀਆਂ ਹੈਗੀਆਂ, ਇਹ ਹੁਣ ਤੱਕ ਮੈਨੂੰ ਲੱਗਦਾ ਪਬਲਿਕ ਫੋਰਮ ਦੇ ਵਿੱਚ ਆਲਰੇਡੀ ਹੈਗੀਆਂ ਸੀਗੀਆਂ। ਦੇਖੋ, ਜੇ ਤੁਹਾਨੂੰ ਲੱਗਦਾ ਹੈ ਕਿ ਸਭ ਕੁਝ ਹੈਗਾ ਤੇ ਤੁਸੀਂ ਨਾ ਰਿਪੋਰਟ ਕਰਨਾ। ਸਾਡਾ ਅਮਨ ਦਾ ਮਸਲਾ ਕੋਈ ਨਹੀਂ ਹੈ। ਗੁਰਮੀਤ ਸਿੰਘ ਪਿੰਕੀ ਨਾਲ ਉਹ ਕਿਉਂ ਉਹਦੀ ਫੋਟੋ ਆਈ ਅੱਜ ਦਾ ਮਸਲਾ ਨਹੀਂ ਹੈ। ਜਿਸ ਇਸ਼ੂ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੁਹਾਨੂੰ ਲੱਗਦਾ ਹੈ ਵੀ ਵਰਥ ਰਿਪੋਰਟਿੰਗ ਹੈ, ਰਿਪੋਰਟ ਕਰ ਦੇਣਾ। ਸਾਡਾ ਮਸਲਾ ਨਹੀਂ ਹੈ, ਜਿੱਦਨ ਕਹੋਗੇ ਫਿਰ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਹੈ। ਅੱਜ ਦਾ ਇਸ਼ੂ ਨਹੀਂ ਹੈਗਾ। ਹਾਂਜੀ 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 ਜਿਹੜਾ ਇਹ ਇਨਸੀਡੈਂਟ ਹੋਇਆ ਤੁਸੀਂ ਨੂੰ ਕਤਲ ਮੰਨਦੇ ਹੋ ਜਾਂ ਇੱਕ ਰਿਐਕਸ਼ਨ ਮੰਨਦੇ ਜੋ ਵੀ ਮੰਨਦੇ ਹੋ? ਹਾਂਜੀ ਇਹ ਹੈ ਤੁਸੀਂ ਕਿਹਾ ਕਿ ਨਿਹੰਗਾਂ ਦੇ ਇੱਕ ਉਹਨਾਂ ਦਾ ਇੱਕ ਬਾਣਾ ਹੈ, ਉਹਨਾਂ ਦਾ ਇੱਕ ਕਲਚਰ ਹੈਗਾ, ਮਾਈਂਡ ਸੈਟ ਦੇਖਣਾ ਪਏਗਾ ਉਹਨਾਂ ਦਾ। ਲੇਕਿਨ ਜਦੋਂ ਪਟਿਆਲਾ ਵਿੱਚ ਪੁਲਿਸ ਦਾ ਹੱਥ ਕੱਟਿਆ ਸੀਗਾ, ਹਾਂਜੀ, ਜਦੋਂ ਰੋਕਣ ਵਾਸਤੇ
ਤੁਹਾਨੂੰ ਕੀ ਲੱਗਦਾ ਹੈ ਕਿ ਸਿਰਫ ਇਹ ਕਹਿਣਾ ਕਿ ਸਿਰਫ ਨਿਹੰਗਾਂ ਦਾ ਇੱਕ ਮਾਈਂਡ ਸੈਟ ਕਰਕੇ ਡਿਫਰੈਂਟ ਦੋ ਅਕਰੈਂਸ ਹੋਏ ਨੇ, ਉਹ ਤੁਹਾਡਾ ਉਹਦੇ ਵਿੱਚ ਕੀ ਕਹਿਣਾ? ਨਹੀਂ, ਜਿਹੜਾ ਪੁਲਿਸ ਵਾਲੇ ਦਾ ਹੱਥ ਕੱਟਿਆ ਗਿਆ ਸੀਗਾ ਉਹ ਤਾਂ ਕਿਸੇ ਨੇ ਵੀ ਐਪਰੀਸ਼ੀਏਟ ਨਹੀਂ ਕੀਤਾ, ਹੈ ਨਾ। ਇਹਨਾਂ ਦਾ ਜਿਹੜਾ ਬਰੂਟਲ ਤਰੀਕੇ ਨਾਲ ਇਹਨਾਂ ਨੇ ਇੱਕ ਬੰਦੇ ਦੀ ਜਾਨ ਗਈ, ਉਹਦੇ ਨਾਲ ਸਾਰੇ ਹੀ ਆਪਾਂ ਸ਼ੇਕਨ ਹੈਗੇ ਆ। ਲੇਕਿਨ ਕਾਨੂੰਨ ਦੇ ਦਾਇਰੇ ਵਿੱਚ ਜਿਹੜੀ ਗੱਲ ਹੈਗੀ ਹੈ ਕਿ ਜਦੋਂ ਕਿਸੇ ਨੂੰ ਗ੍ਰੇਵ ਪ੍ਰੋਵੋਕੇਸ਼ਨ ਹੋਵੇ ਤੇ ਉਹ ਐਕਟ ਕਰਦਾ ਹੈ ਕਿ ਉਹ ਮਰਡਰ ਦੇ ਵਿੱਚ ਆਏਗਾ ਵੀ ਨਹੀਂ, ਕਿ ਇਹ ਅਸੀਂ ਕਾਨੂੰਨੀ ਐਂਗਲ ਨਾਲ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਇਹ ਕਹਿਣਾ ਹੈ ਵੀ ਸਾਨੂੰ ਗ੍ਰੇਵ ਪ੍ਰੋਵੋਕੇਸ਼ਨ ਸੀਗੀ, ਐਟ ਹੀਟ ਆਫ ਦਾ ਮੂਵਮੈਂਟ ਵੀ ਰਿਐਕਟਡ ਐਂਡ it would not fall within the definition of murder. That is our finding. Being lawyers, ਅਸੀਂ in so many words ਦਾ ਕਹਿਤਾ ਹੈ ਕਿ ਇੱਕ ਬੰਦੇ ਨੂੰ ਸਪੋਜ਼ ਤੁਸੀਂ ਉਹਦਾ ਹੱਥ ਪੈਰ ਵੜਤਾ, ਉਹਨੂੰ ਟੰਗਿਆ, ਪੁਲਿਸ ਵਾਲੇ ਕੋਲ ਖੜੇ ਨੇ, ਜੇ ਉਹਨੂੰ ਟਾਈਮਲੀ ਮੈਡੀਕਲ, ਕਿਉਂਕਿ ਮੌਤ ਦੇ ਕਾਰਨ ਹੁੰਦੇ ਨੇ, ਹੁਣ ਸਪੋਜ਼ ਤੁਸੀਂ ਕਿਸੇ ਸਿਰ 'ਚ ਡਾਂਗ ਮਾਰ ਦਿਓ, ਉਹ ਬੰਦਾ ਮਰ ਜਾਂਦਾ, ਠੀਕ ਹੈ, ਉਹ ਮਰਡਰ 'ਚ ਨਹੀਂ ਆਉਂਦਾ ਜੇ ਤੁਸੀਂ ਸੈਕਿੰਡ ਬਲੋ ਉਹਨੇ ਨਹੀਂ ਮਾਰਦੇ। ਪਰ ਜੇ ਹੁਣ ਸੀ ਹੱਥ ਉਹਦਾ ਕੱਟਿਆ, ਉਹ ਕੱਟਿਆ ਬਲੀਡਿੰਗ ਦੇ ਨਾਲ ਉਹਦੀ ਡੈਥ ਹੋਈ ਹੈ, ਤੇ ਆਰਗੂਏਬਲ ਪੁਆਇੰਟਸ ਹੈਗੇ ਨੇ ਵੈਦਰ ਇਟਸ ਮਰਡਰ ਨੋਟ। ਉਹਨਾਂ ਦੀ ਇੰਟੈਂਸ਼ਨ ਇਹੀ ਸੀ, ਉਹਨਾਂ ਨੇ ਜੋ ਕਿਹਾ, ਉਹ ਕਹਿੰਦੇ ਵੀ ਅਸੀਂ ਉਹਨੂੰ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸੀਗੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਜੇ ਕੋਈ ਹੱਥ ਲਾਏਗਾ, ਬੇਅਦਬੀ ਕਰੇਗਾ, ਸਾਡਾ ਇਨਸਾਫ ਵਿੱਚ ਵਿਸ਼ਵਾਸ ਨਹੀਂ ਰਿਹਾ, ਤੇ ਅਸੀਂ ਜਿਹੜਾ ਇਸ ਤਰ੍ਹਾਂ ਹੀ ਉਹਨੂੰ ਸਜ਼ਾ ਦੇਵਾਂਗੇ। ਅਸੀਂ ਜਸਟੀਫਾਈ ਨਹੀਂ ਕਰ ਰਹੇ, ਪਰ ਜੋ ਉਹਨਾਂ ਨੇ ਗੱਲ ਕਹੀ ਮੈਂ ਤੁਹਾਨੂੰ ਦੱਸ ਰਿਹਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼